ਬੇਸਿਕ ਜਿਓਮੈਟ੍ਰੀਕਲ ਆਈਡੀਆਜ਼ ਉਹਦੇ ਵਿੱਚ ਅਸੀਂ ਪੁਆਇੰਟਸ ਕਰ ਲਏ ਪੁਆਇੰਟ ਦੀ ਡੈਫੀਨੇਸ਼ਨ ਦੈਨ ਉਹਦੀਆਂ ਟਾਈਪਸ ਕਲੀਨੀਅਰ ਪੁਆਇੰਟਸ ਨਾਨ ਕਲੀਨੀਅਰ ਪੁਆਇੰਟਸ ਉਹਨਾਂ ਦੇ ਡਾਇਗਰਾਮ ਤੇ ਉਹਨਾਂ ਦੇ ਕੁਝ ਹੋਰ 2-3 ਇੰਪੋਰਟੈਂਟ ਕੁਐਸਚਨ ਉਸ ਤੋਂ ਬਾਅਦ ਜਿਹੜਾ ਨੈਕਸਟ ਟੌਪਿਕ ਹੈ ਦੈਟ ਇਜ਼ ਲਾਈਨ ਠੀਕ ਹੈ ਸਭ ਤੋਂ ਪਹਿਲਾਂ ਲਾਈਨ ਦਾ ਜਿਹੜਾ ਡਾਇਗਰਾਮ ਡਰਾ ਕਰਨਾ ਜਾਂ ਲਾਈਨ ਤੁਹਾਨੂੰ ਕਦੀ ਵੀ ਡਰਾ ਕਰਨ ਨੂੰ ਕਹਿੰਦੇ ਆ ਤਾਂ ਲਾਈਨ ਡਰਾ ਕਿੱਦਾਂ ਕਰਨੀ ਹੈ ਤੋ ਲਾਈਨ ਹੈ ਨਾ ਜਿਹੜਾ ਲਾਈਨ ਨੂੰ ਇਹਨੂੰ ਅਸੀਂ ਡਰਾ ਨਹੀਂ ਕਰ ਸਕਦੇ ਇਹਨੂੰ ਸਿਰਫ ਰਿਪਰੈਜ਼ੈਂਟ ਕਰ ਸਕਦੇ ਹਾਂ ਦੱਸ ਸਕਦੇ ਹਾਂ ਕਿ ਇਦਾਂ ਦੀ ਲੱਗਦੀ ਹੈ ਠੀਕ ਹੈ ਕਿਉਂ ਦੇਖੋ ਕੀ ਕੀਤਾ ਹੋਇਆ ਇੱਕ ਲਾਈਨ ਲਗਾ ਕੇ ਉਹਦੇ ਦੋਨੇ ਪਾਸੇ ਐਰੋ ਲਗਾਤੇ ਹੋਏ ਐਰੋਜ਼ ਦਾ ਮਤਲਬ ਕੀ ਐਰੋਜ਼ ਦਾ ਮਤਲਬ ਹੈ ਅਸੀਂ ਇਹਨੂੰ ਇਧਰੋਂ ਵੀ ਖਿੱਚ ਕੇ ਲੰਬਾ ਕਰ ਸਕਦੇ ਹਾਂ ਅਸੀਂ ਇਹਨੂੰ ਦੂਸਰੀ ਪਾਸਿਓਂ ਵੀ ਖਿੱਚ ਕੇ ਕੀ ਕਰ ਸਕਦੇ ਹਾਂ ਲੰਬਾ ਕਰ ਸਕਦੇ ਹਾਂ ਹੁਣ ਜ਼ਰੂਰੀ ਥੋੜਾ ਲੰਬਾ ਇੱਥੇ ਤੱਕ ਕਰ ਸਕਦੇ ਹਾਂ ਲੰਬਾ ਕਿੰਨੀ ਦੂਰ ਤੱਕ ਕਰ ਸਕਦੇ ਹਾਂ ਠੀਕ ਹੈ ਹੁਣ ਸਾਨੂੰ ਪਤਾ ਹੀ ਨਹੀਂ ਕਿ ਦੋਨੋਂ ਪਾਸਿਓਂ ਦੀ ਦੋਨੇ ਐਰੋਜ਼ ਨੂੰ ਖਿੱਚ ਕੇ ਕਿੰਨਾ ਲੰਬਾ ਕਰ ਦਿੱਤਾ ਠੀਕ ਹੈ ਤਾਂ ਸਾਨੂੰ ਪਤਾ ਹੀ ਨਹੀਂ ਉਹਦੀ ਲੈਂਥ ਕੀ ਹੈ ਤਾਂ ਅਸੀਂ ਸਿੰਪਲੀ ਕੀ ਕੀਤਾ ਲਾਈਨ ਨੂੰ ਰਿਪਰੈਜ਼ੈਂਟ ਕੀਤਾ ਕਿ ਲਾਈਨ ਨੂੰ ਇਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਜਾ ਸਕਦਾ ਹੈ ਹੁਣ ਜਿਹੜੀ ਚੀਜ਼ ਨੂੰ ਅਸੀਂ ਕੀ ਕਰਦੇ ਹਾਂ ਡਰਾ ਹੀ ਨਹੀਂ ਕਰ ਸਕਦੇ ਸਿਰਫ ਰਿਪਰੈਜ਼ੈਂਟ ਕਰ ਸਕਦੇ ਹਾਂ ਦੱਸ ਸਕਦੇ ਹਾਂ ਕਿ ਇਦਾਂ ਦੀ ਲੱਗਦੀ ਹੈ ਅਸੀਂ ਕਦੇ ਵੀ ਉਹਦੀ ਲੈਂਥ ਨੂੰ ਸਕੇਲ ਦੇ ਨਾਲ ਮੈਜ਼ਰ ਨਹੀਂ ਕਰ ਸਕਦੇ ਅਸੀਂ ਨਹੀਂ ਦੱਸ ਸਕਦੇ ਕਿ ਲਾਈਨ ਦੀ ਲੈਂਥ ਕਿੰਨੀ ਲੰਬੀ ਹੈ ਠੀਕ ਹੈ ਇਸ ਤੋਂ ਇਲਾਵਾ ਹੁਣ ਸਪੋਜ਼ ਤੁਸੀਂ ਆਪਣੇ ਘਰੋਂ ਸਕੂਲ ਆਉਂਦੇ ਪਏ ਆ ਠੀਕ ਹੈ ਜਿੱਦਾਂ ਹੁਣ ਮੈਂ ਆਪਣੇ ਘਰ ਤੋਂ ਸਕੂਲ ਜਾਂਦੇ ਆ ਮੇਰਾ ਘਰ ਕੀ ਹੈ ਸਟਾਰਟਿੰਗ ਪੁਆਇੰਟ ਹੈ ਐਂਡ ਪੁਆਇੰਟ ਕਿਹੜਾ ਮੇਰਾ ਸਕੂਲ ਠੀਕ ਹੈ ਤਾਂ ਮੈਂ ਸਕੂਲ ਘਰੋਂ ਚੱਲੇ ਆ ਸਕੂਲ ਪਹੁੰਚੇ ਆ ਮੇਰੇ ਕੋਲ ਇੱਕ ਸਟਾਰਟਿੰਗ ਪੁਆਇੰਟ ਹੈ ਤੇ ਮੇਰੇ ਕੋਲ ਇੱਕ ਐਂਡਿੰਗ ਪੁਆਇੰਟ ਵੀ ਹੈ ਹੁਣ ਇਹ ਲਾਈਨ ਇੱਧਰ ਨੂੰ ਵੀ ਲੰਬੀ ਇੱਧਰ ਨੂੰ ਵੀ ਖਿੱਚ ਕੇ ਲੰਬੀ ਕਰ ਸਕਦੇ ਆ ਦੂਸਰੇ ਪਾਸੇ ਨੂੰ ਵੀ ਖਿੱਚ ਕੇ ਲੰਬੀ ਕਰ ਸਕਦੇ ਆ ਜਿੰਨੀ ਮਰਜ਼ੀ ਲੰਬੀ ਕਰ ਲਓ ਤਾਂ ਸਾਨੂੰ ਪਤਾ ਹੀ ਨਹੀਂ ਕਿੱਥੋਂ ਸਟਾਰਟ ਹੋਈ ਕਿਤੇ ਖਤਮ ਹੋ ਰਹੀ ਠੀਕ ਹੈ ਤਾਂ ਇਹ ਲਾਈਨ ਦੀਆਂ ਕੁਝ ਪ੍ਰੋਪਰਟੀਜ਼ ਨੇ ਇਹਨਾਂ ਸਾਰੀਆਂ ਪ੍ਰੋਪਰਟੀਜ਼ ਨੂੰ ਕੀ ਕਰ ਲਈਏ ਅਸੀਂ ਇਕੱਠਾ ਕਰ ਲਈਏ ਤਾਂ ਲਾਈਨ ਦੀ ਕੀ ਬਣ ਜਾਂਦੀ ਹੈ ਡੈਫੀਨੇਸ਼ਨ ਬਣ ਜਾਂਦੀ ਹੈ ਠੀਕ ਹੈ A straight line has neither width nor thickness, ठीक है, and it goes infinitely in both directions, and it cannot be measured with the help of scale. ठीक, लो, ऐसी line तो बाद जड़ी next चीज़ आंदी है that is the line segment. ठीक. ਲਾਈਨ ਸੈਗਮੈਂਟ ਸਭ ਤੋਂ ਪਹਿਲਾਂ ਦਾ ਡਾਇਗਰਾਮ ਦੇਖਾਂਗੇ ਡਾਇਗਰਾਮ ਦੇ ਵਿੱਚ ਕੀ ਕੀਤਾ ਹੋਇਆ ਦੋ ਪੁਆਇੰਟਸ ਲਗਾਏ ਹੋਏ ਦੋ ਪੁਆਇੰਟਸ ਨੂੰ ਆਪਸ ਜੁਆਇਨ ਕੀਤਾ ਹੋਇਆ ਉਹਦਾ ਨਾਮ ਕੀ ਰੱਖਿਆ ਹੋਇਆ ਪੀ ਕਿਊ ਹੁਣ ਤੁਹਾਡੇ ਮੈਮ ਜਾਂ ਸਰ ਤੁਹਾਨੂੰ ਕੀ ਕਹਿੰਦੇ ਹੋਣਗੇ ਕਿ ਇੱਕ ਲਾਈਨ ਸੈਗਮੈਂਟ ਡਰਾ ਕਰੋ ਇੱਕ ਪੰਜਾਬੀ 'ਚ ਕਹਿੰਦੇ ਹੋਣਗੇ ਇੱਕ ਰੇਖਾ ਖੰਡ ਡਰਾ ਕਰੋ ਬਣਾਓ ਇੱਕ ਰੇਖਾ ਖੰਡ ਤੁਸੀਂ ਪੁੱਛਦੇ ਹੋਵੋਗੇ ਕਿੰਨੇ ਸੈਂਟੀਮੀਟਰ ਦਾ ਚਲੋ ਸਪੋਜ਼ ਕਰ ਦਿਓ ਕਹਿੰਦੇ ਹੋਗੇ 5 ਸੈਂਟੀਮੀਟਰ ਦਾ ਤਾਂ ਤੁਸੀਂ ਫਟਾਫਟ ਆਪਣਾ ਸਕੇਲ ਚੱਕਦੇ ਹੋਵੋਗੇ ਹੈ ਨਾ 0 ਤੋਂ ਕਿੱਥੇ ਤੱਕ ਜਾਂਦੇ ਹੋਣਗੇ 5 ਤੱਕ ਜਾਂਦੇ ਹੋਣਗੇ ਠੀਕ ਤਾਂ ਕੀ ਉਸ ਟਾਈਮ ਤੁਸੀਂ ਕੀ ਡਰਾ ਕਰਦੇ ਪਏ ਹੁੰਦੇ ਹੋ ਉਸ ਟਾਈਮ ਤੁਸੀਂ ਇੱਕ ਲਾਈਨ ਸੈਗਮੈਂਟ ਡਰਾ ਕਰਦੇ ਪਏ ਹੁੰਦੇ ਹੋ ਠੀਕ ਹੈ ਹੁਣ ਜਿਹੜੀ ਲਾਈਨ ਸੈਗਮੈਂਟ ਹੈ ਲਾਈਨ ਦੇ ਦਾ ਹੀ ਇੱਕ ਪਾਰਟ ਹੈ ਜਿਹਦੀ ਲੈਂਥ ਸਾਨੂੰ ਪਤਾ ਹੈ ਜਿਹਦੀ ਲੈਂਥ ਅਸੀਂ ਸਕੇਲ ਦੇ ਨਾਲ ਮੇਜ਼ਰ ਕਰ ਸਕਦੇ ਹਾਂ ਜਿਹੜਾ ਜੇਕਰ ਤੁਹਾਨੂੰ ਕੋਈ ਕਹਿੰਦਾ 7 ਸੈਂਟੀਮੀਟਰ ਕਰੋ ਤਾਂ ਤੁਸੀਂ 0 ਤੋਂ ਸਟਾਰਟ ਹੋਏ 7 ਤੱਕ ਪਹੁੰਚ ਗਏ तो स्टार्टिंग पॉइंट ते एंडिंग पॉइंट दोनों पता है ठीक है हुण मैं जिन्ना कुछ समझाया जिन्ना कुछ बोलिया इन्हां सारियां नूं की कर लईए इकट्ठा कर लईए तो साडे कोल लाइन सैगमेंट दी डेफिनेशन आ जाऊगी और असीं समझ भी लांगे ते समझा भी देवांगे कि लाइन सैगमेंट की हुंदा है लाइन सैगमेंट इज द पार्ट ऑफ लाइन हैविंग डेफिनेट लेंथ which can be measured with the help of scale and this line segment has starting point and ending point as well ठीक है और ਜਦੋਂ ਵੀ ਲਾਈਨ ਸੈਗਮੈਂਟ ਨੂੰ ਰਿਪਰੈਜ਼ੈਂਟ ਕਰਦੇ ਆ ਕੀ ਕਰਦੇ ਆ ਜਿੱਦਾਂ ਮੈਂ ਇਸ ਲਾਈਨ ਸੈਗਮੈਂਟ ਦਾ ਨਾਮ ਕੀ ਹੈ ਮੈਂ ਲਿਖਾਂ ਪੀ ਕਿਊ ਔਰ ਇਹਦੇ ਉੱਪਰ ਇਸ ਤਰ੍ਹਾਂ ਲਿਖ ਦਿੰਦੇ ਆ ਜਦੋਂ ਮੇਰੇ ਪਾਸ ਇਹ ਲਾਈਨ ਸੀ ठीक है मान लो मैं इस लाइन का नाम वैसे एल रखा हुआ मान लो इस लाइन का नाम इधर ए बी होंदा मेरे कोले तो मैं की करना सी ए बी दे ऊपर इस तरह लाइन का सिंबल पा देना सी ठीक फस्ट मेरे को आ रहा है एक होर
ਰੇ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਪੜ੍ਹਦੇ ਕਿਉਂ ਪਏ ਹਾਂ? ਸਾਰੀਆਂ ਚੀਜ਼ਾਂ ਇਸ ਕਰਕੇ ਪੜ੍ਹਦੇ ਪਏ ਹਾਂ ਕਿਉਂਕਿ ਸਾਨੂੰ 4.1 ਦੇ ਵਿੱਚ ਇਹ ਸਭ ਕੁਝ ਯੂਜ਼ ਹੋਣਾ, ਸਮਝ ਹੋਊਗੀ ਇਹਨਾਂ ਚੀਜ਼ਾਂ ਦੀ, ਤਾਂ ਹੀ ਡਾਇਗਰਾਮ ਦੇ ਵਿੱਚੋਂ ਅਸੀਂ ਲਾਈਨ ਸੈਗਮੈਂਟ ਤੇ ਰੇ ਨੂੰ ਆਸਾਨੀ ਨਾਲ ਡਿਸਟਿੰਗੁਇਸ਼ ਕਰ ਸਕਾਂਗੇ, ਦੱਸ ਸਕਾਂਗੇ। ਠੀਕ ਹੈ, ਹੁਣ ਰੇ ਨੂੰ ਦੇਖੋ, ਰੇ ਨੂੰ ਮੈਂ ਕਿੱਦਾਂ ਰੀਪ੍ਰਜੈਂਟ ਕੀਤਾ ਹੋਇਆ। ਠੀਕ ਹੈ, ਰੀਪ੍ਰਜੈਂਟ ਕੀਤਾ ਹੋਇਆ। ਤੋ ਇੱਕ ਪੁਆਇੰਟ ਹੈ, ਪੁਆਇੰਟ ਤੋਂ ਰੇ ਚੱਲੀ ਤੇ ਕਿੱਥੇ ਤੱਕ ਗਈ? ਐਰੋ ਹੈ, ਕਿੱਥੇ ਤੱਕ ਗਈ? ਸਾਨੂੰ ਨਹੀਂ ਪਤਾ ਕਿੱਥੇ ਤੱਕ ਗਈ, ਕਿੰਨੀ ਦੂਰ ਤੱਕ ਜਾ ਸਕਦੀ ਹੈ। ਜਿੱਦਾਂ ਸਨ ਤੋਂ ਰੇਜ਼ ਆ ਰਹੀਆਂ ਨੇ। ਠੀਕ ਹੈ, ਸਨ ਦੀ ਲਾਈਟ ਕੀ ਹੈ? ਸਨ ਤੋਂ ਰੇਜ਼ ਆ ਰਹੀਆਂ ਨੇ, ਤੋ ਇਹ ਉਹੀ ਵਾਲੀ ਰੇ ਹੈ। ਸਨ ਫਿਕਸ ਪੁਆਇੰਟ ਹੋ ਗਿਆ, ਰੇਜ਼ ਕਿੱਥੇ ਆ ਰਹੀਆਂ ਨੇ? ਬਹੁਤ ਸਾਰੀਆਂ ਰੇਜ਼ ਆ ਰਹੀਆਂ, ਕਿਤੇ ਕਿਤੇ ਤੱਕ ਜਾ ਰਹੀਆਂ ਨੇ। ਤੋ ਰੇ ਦੇ ਵਿੱਚ ਕੀ ਹੈ? ਰੇਜ਼ ਆਲਸੋ ਅ ਪਾਰਟ ਆਫ ਲਾਈਨ। ਠੀਕ ਆ, ਰੇ ਦਾ ਇੱਕ ਸਟਾਰਟਿੰਗ ਪੁਆਇੰਟ ਹੈ ਬਟ ਐਂਡਿੰਗ ਪੁਆਇੰਟ ਸਾਨੂੰ ਨਹੀਂ ਪਤਾ ਕਿੱਥੇ ਹੈ। ਰੇ ਨੂੰ ਵੀ ਅਸੀਂ ਸਿਰਫ ਰਿਪਰੈਜ਼ੈਂਟ ਕਰ ਸਕਦੇ ਹਾਂ, ਔਰ ਰੇ ਦੀ ਵੀ ਲੈਂਥ ਦੱਸਣਾ, ਰੇ ਦੀ ਅਸੀਂ ਲੈਂਥ ਨਹੀਂ ਦੱਸ ਸਕਦੇ। ਕਿਉਂ? ਕਿਉਂਕਿ ਜਿਹੜੀ ਇਹਨੂੰ ਸਕੇਲ ਦੇ ਨਾਲ ਮੇਜ਼ਰ ਨਹੀਂ ਕਰ ਸਕਦੇ। ਠੀਕ ਹੈ, ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਲੱਬ ਕਰ ਲਈਏ। ਡਾਇਗਰਾਮ ਡਰਾ ਕਰਨਾ ਆ ਗਿਆ, रिप्रेजेंट करने आ गए, तो इन्ह सारिया चीज़ों को क्लब कर लीए कि रे की है। अ रे इज़ अ स्ट्रेट path that has one end as fixed point, okay, जिदा A है, and goes indefinitely in the other direction, दूसरे पासे नू बहुत दूर तक जाती है। ठीक है जी, ओके। जिहड़ा रे है, रे नू किद्दां रिप्रेजेंट करते हैं? देखो, जिद्दां मैं लिखिया ए बी। ठीक है, हुण मैं ए तो चले बी वाले पासे एरो पाते, मतलब ए मेरा स्टार्टिंग पॉइंट है, ए मेरा स्टार्टिंग पॉइंट है, और बी तो लेंथ अगे नूं जा रही है, जा रही है, जा रही है, जा रही है। जेकर मैं नाम बी ए लिख दांगी, उहदे उत्ते ए पा दांगी तो गलत हो जाऊगा। जेकर मैं इहनूं इदां रिप्रेजेंट किया होया, मैं बी ए लिखता तो यह गलत हो जाऊगा। ठीक है, इहदा नाम की है ए बी, उपर रे दा सिंबल पा देना, तो दिस इज रे। ओके, अच्छा जी, इस तो बाद जिहड़ा अगला टॉपिक आंदा पिया है, वो आंदा पिया साडे कोले कुछ लाइन्स बारे। बहुत इंपॉर्टेंट चीज़ है। पहला है साडे कोले इंटरसेक्टिंग लाइन्स। ठीक है जी, इंटरसेक्टिंग लाइन्स मतलब दो लाइन्स आपस दे विच कट करदियां रहियां। ठीक, जिद्दां साडे कोल सीजर आ, एक लाइन दूसरी लाइन एक पॉइंट ते कट करदियां पईयां, इस पॉइंट ते नट जिहड़ा लगाया होया, ठीक है, इत्थे कट करदियां भी। इस पॉइंट नूं की कहांगे? इस पॉइंट नूं कहांगे पॉइंट ऑफ इंटरसेक्शन। तो कितनियां लाइन है? कितनियां लाइन्स है? दो। ठीक है, तो याद रखना इंटरसेक्टिंग लाइन्स नूं किद्दां डिफाइन करदे हैं? टू लाइन्स ही आउंगियां। ठीक है, टू डिस्टिंक्ट लाइन्स मीटिंग एट अ पॉइंट। टू डिस्टिंक्ट लाइन्स मीटिंग एट अ पॉइंट। दो अलग अलग लाइनां जदों एक पॉइंट ते मिलदियां ने, ठीक है, एक पॉइंट ते कट करदियां ने, उन्हां लाइन्स नूं की कहने असीं? इंटरसेक्टिंग लाइन्स कहंदे हां। एग्जाम्पल मैं तुहानूं दिखाई डेली रूटीन दे विचों एक असीं सीजर यूज़ करते हैं। बाकी 3 एग्जाम्पल्स तुसीं सोच के लिखियो। ठीक है, उस तो बाद नैक्सट देखो, नैक्सट आंदा साडे कोले पैरेलल लाइन्स। ओके, पैरेलल लाइन्स की हुंदियां ने? देखो, असीं इंटरसेक्टिंग लाइन नूं तां कहता दो लाइन्स जिहड़ियां आपस दे विच की करदियां पईयां ने, एक दूसरे नूं कट करदियां पईयां ने। तो पैरेलल लाइन्स की होंगियां? दो लाइन्स जो अगे पिछे ਵਧਾਉਣ ਤੇ ਵੀ, ਅੱਗੇ ਪਿੱਛੇ ਖਿੱਚਣ ਤੇ ਵੀ, ਅੱਗੇ ਪਿੱਛੇ ਲੰਬੀਆਂ ਕਰਨ ਤੇ ਵੀ, ਅੱਗੇ ਪਿੱਛੇ ਐਕਸਟੈਂਡ ਕਰਨ ਤੇ ਵੀ ਇੱਕ ਦੂਸਰੇ ਨੂੰ ਕਦੇ ਨਹੀਂ ਕੱਟਦੀਆਂ, ਉਹਨਾਂ ਨੂੰ ਕੀ ਕਹਿੰਦੇ ਆ? ਪੈਰਲਲ ਲਾਈਨਸ ਕਹਿੰਦੇ ਆ। ਠੀਕ ਹੈ, ਫॉर एग्जांपल देखो, ਆ ਸਕੇਲ ਆ, ਸਕੇਲ ਦਾ ਇਹ ਵਾਲਾ ਸਾਈਡ ਦੇਖੋ ਤੇ ਇਧਰੋਂ दूसरी साइड देखो। जेकर मैं एक स्केल इधर रख लिया, ठीक है, मैं इधर एक लाइन लगाई, एक लाइन मैं दूसरे पासे लगाई। ठीक, हुण मैं लाइन कह रही हूँ तो मैं दोनों पासे एरो भी लगावांगी। ठीक है, उपर वाली लाइन का नाम मैं एल रख लिया, हेठां वाली लाइन का नाम मैं एम रख लिया। तो हुण ये लाइन्स की ने? जेकर तुसीं इहनूं इधर नूं खिच लो, इहनूं इधर नूं खिच लो, खिची जाओ, खिची जाओ, खिची जाओ, खिची जाओ, खिची जाओ, ये कदी भी एक दूसरे नूं कट नहीं करनगियां। तो ये की बन गईयां? पैरेलल लाइन्स। और एक होर इन्हां दी खासियत हुंदी है, मान लो मैं इत्थों डिस्टेंस देखिया, मैं इत्थों डिस्टेंस देखिया, ये डिस्टेंस कितना है मेरे कोले? 3 सेंटीमीटर। ठीक है, तो मैं इत्थों कदे जाके डिस्टेंस देखिया, इत्थे भी डिस्टेंस कितना है? 3 सेंटीमीटर। मतलब दो पैरेलल लाइन्स दे विच जिहड़ा डिस्टेंस है हर एक पॉइंट ते की रहिंदा है? सेम रहिंदा है। एग्जाम्पल आ गई तुहाडे कोल स्केल दे ऑपोजिट साइड।
ਨੈਕਸਟ ਹੈ ਸਾਡੇ ਕੋਲੇ ਪਰਪੈਂਡੀਕੂਲਰ ਲਾਈਨਸ। ਦੇਖੋ ਸਪੋਜ਼ ਕਰੋ ਮੈਂ ਇੱਕ ਲਾइन लगाई इस तरह, ठीक है, और मैं एक और लाइन लगाई, ठीक है। फिर मैं की किया, फिर मैं इन्हां दोनों लाइन्स दे विच एंगल नूं मेजर करने की कोशिश की, ठीक है, कि इन्हां दोनों दे विच एंगल कितना बनता गया। देखो इत्थे रखिया अपनी प्रोटैक्टर नूं, तुसीं डी भी कहने इहनूं, तो देखो मैं देखिया किन्ने दा एंगल बनता पाया, 90 दा एंगल बनता पाया। तो मैं इत्थे इदां करके सिंबल पाता ते नाल लिख भी दिता 90 डिग्री दा एंगल। दो लाइन्स होण, मान लो एक दा नाम एल है, एक दा नाम एम है, दो लाइन्स होण एक दूसरे नूं जदों कट करदियां होण तो उन्हां दे नाल ਉਹ ਇੱਕ ਦੂਸਰੇ ਨੂੰ ਕੱਟ ਕਰਨ ਤੋਂ ਬਾਅਦ ਜਿਹੜਾ ਐਂਗਲ ਬਣਾਉਂਦੀਆਂ ਹੋਣ, ਕਿੰਨੇ ਦਾ ਬਣਾਉਂਦੀਆਂ ਹੋਣ, 90 ਡਿਗਰੀ ਦਾ ਬਣਾਉਂਦੀਆਂ ਹੋਣ, ਉਹਨਾਂ ਲਾਈਨਸ ਨੂੰ ਕੀ ਕਹਿੰਦੇ ਆ ਅਸੀਂ, ਪਰਪੈਂਡੀਕੂਲਰ ਲਾਈਨਸ। ਠੀਕ, तो if two lines make an angle of 90 degree with each other, the lines are known as perpendicular lines. Next देखो, next है साडे कोले एक होर lines, किहड़ियां lines ने वो साडे कोले concurrent lines, ठीक है जी, concurrent lines। हुण इधर एक गल दा ध्यान दिओ, पहला हले तुसी इंटरसैक्टिंग लाइन्स पढ़ियां, पैरल लाइन्स पढ़ियां ते परपेंडिकुलर लाइन्स पढ़ियां, तुसी हरेक दे विच क्या टू लाइन्स है ना। हुण जो कनकरेंट लाइन्स है, कनकरेंट लाइन्स दे विच असी की कवांगे, आपां कवांगे 3 और मोर दैन 3 लाइन्स, ठीक है, 3 और मोर दैन 3 लाइन्स जदों की करदियां ने आपस दे विच इंटरसैक्ट करदियां ने किसी एक पॉइंट ते, उन्हां लाइन्स नूं की कहने आ असीं कनकरेंट लाइन्स। फॉर एग्जाम्पल देखो डायग्राम दे विच मैं रैड लाइन का नाम की रखिया L, मैं ब्लू लाइन का नाम की रखिया M, मैं ब्लैक लाइन का नाम की रखिया N। ये तीनों लाइन्स कित्थों निकल के जा रही ने, कित्थे कट कर रही ने, एक पॉइंट ते कट कर रही ने ओ ते, ये ओ नूं की कहंदे आ कनकरेंट पॉइंट। जिद्दां इंटरसैक्टिंग लाइन्स दे विच दो लाइन्स जदों इंटरसैक्ट करदियां सी, जिथे पॉइंट ऑफ इंटरसैक्शन सी है ना, ओनू पॉइंट ऑफ इंटरसैक्शन कहते सी, इत्थे की कहते हैं इनू ओनू कहते हैं जिहदे विचों 3 लाइन्स निकल के जा रही ने इकट्ठियां, कनकरेंट पॉइंट ते लाइन्स किहड़ियां बन गईयां, कनकरेंट लाइन्स। ठीक है, तो ये कुछ लाइन्स सीगियां जिन्हां बारे तुहानूं पता होना बहुत जरूरी है, तुहानूं इन्हां दे डायग्राम आने चाहिए, तुहानूं इन्हां सारियां दी एग्जाम्पल्स आनियां चाहिए। इंटरसैक्टिंग लाइन्स दी एग्जाम्पल्स लिखो अपने आप सोच के, 5-5 6-6 एग्जाम्पल्स लिखो। पैरल लाइन्स दियां सोच के एग्जाम्पल्स लिखो, पैरल लाइन्स दियां तां बहुत सौखियां ने, ठीक है। परपेंडिकुलर लाइन्स दियां देखो तुसी साइन गार्ड्स देखते हैं, रोड ते बने हुंदे है ना, जिथे लिखे हुंदा स्टॉप, ठीक है, ਉਹਦੇ ਵਿੱਚ ਜਿਹੜਾ ਉਹਨਾਂ ਦਾ ਬੇਸ ਹੈ ਤੇ ਜਿਹੜੇ ਡੰਡੇ ਖੜੇ ਹੁੰਦੇ ਨੇ ਉਹ ਇੱਕ ਦੂਸਰੇ ਤੇ 90 ਦੇ ਐਂਗਲ ਤੇ ਖੜੇ ਹੁੰਦੇ ਨੇ। ਹੋਰ ਸੋਚੋ ਕਿਹੜੀਆਂ ਐਗਜ਼ਾਮਪਲਸ ਨੇ। ਨੈਕਸਟ ਆਪਾਂ ਸਟਾਰਟ ਕਰਾਂਗੇ 4.1 ਇਹਦੇ ਨਾਲ ਹੀ। ਦੇਖੋ ਹੁਣ 4.1 ਕਿੱਦਾਂ ਕਰਾਂਗੇ। 4.1 ਦਾ ਫਰਸਟ ਕੁਐਸਚਨ ਹੈ, ਤੁਹਾਨੂੰ ਇੱਕ ਡਾਇਗਰਾਮ ਬਣਾ ਕੇ ਦਿੱਤਾ ਹੋਇਆ, ਠੀਕ ਹੈ। ਤੁਸੀਂ ਕੀ ਕਰਨਾ, यूज़ द फिगर टू नेम। इस डायग्राम में देखो ध्यान देना, ਉਹਦੇ ਵਿੱਚੋਂ नंबर A ਤੇ 5 पॉइंट्स ਲੱਭੋ, एक लाइन ਲੱਭੋ, 4 रेज ਲੱਭੋ और 5 लाइन सैगमेंट्स ਲੱਭੋ, ठीक है। ਹੁਣ ਕਈ ਬੱਚੇ ਕੀ ਕਰਦੇ ਹੋ, ਕਹਿੰਦੇ ਆ ਬੁੱਕ ਤੇ ਡਾਇਗਰਾਮ ਬਣਿਆ ਹੋਇਆ, ਅਸੀਂ ਕਾਪੀ ਤੇ ਨਹੀਂ ਡਰਾ ਕਰਨਾ, ਬੁੱਕ ਦਾ ਡਾਇਗਰਾਮ ਬੁੱਕ 'ਚ ਹੀ ਰਹਿਣਾ, ਠੀਕ ਹੈ। ਕਾਪੀ ਤੇ ਡਾਇਗਰਾਮ ਜ਼ਰੂਰ ਡਰਾ ਕਰਨਾ, ਉਸ ਤੋਂ ਬਾਅਦ ਕੁਐਸਚਨ ਅਟੈਂਪਟ ਕਰਨਾ। तो ਕੀ ਕੀਤਾ ਮੈਂ, ਦੇਖੋ क्वेश्चन लिखा, जो डायग्राम ड्रॉ कर लिया, हुण आंसर करांगे नीचे, ठीक है। 5 पॉइंट्स फटाफट देखो, 5 पॉइंट्स केड़े केड़े है, पॉइंट्स केड़े केड़े है, डी कॉमा ई कॉमा ओ कॉमा बी एंड कॉमा सी। इन्हां सारिਆਂ ਨੂੰ इकट्ठा नहीं लिख देना, ठीक है, अलग अलग ने, इन्हां विच कॉमास पा के लिखने हैं। लाइन देखो ਤੇ ਨਾ ਦੇਖੋ ਇਹਦੇ ਚੋਂ ਕਿਹੜੀ ਲਾਈਨ ਹੈ, ਦੇਖੋ ਹੁਣ ਧਿਆਨ ਦੇਣਾ, ਲਾਈਨ ਦਾ ਤੁਹਾਨੂੰ ਪਤਾ ਹੈ ਕਿ ਲਾਈਨ ਨੂੰ ਰਿਪਰੈਜ਼ੈਂਟ ਕਰਦੇ ਆ ਦੋਨੇ ਪਾਸੇ ਐਰੋ ਲਗਾ ਕੇ। तो मैनू ये दिख रहा है कि इस पासे इधर भी एक एरो है, इधर भी एक एरो है, डी बी डी ले लिया, बी ले लिया, ये उत्ते की लगा दिता, लाइन का सिंबल लगा दिता। उस तो बाद 4 रेज, देखो 4
ਰੇਜ਼ ਨੂੰ ਅਸੀਂ ਕਿੱਦਾਂ ਕੱਢਾਂਗੇ। ਰੇਜ਼ ਦਾ ਤੁਹਾਨੂੰ ਪਤਾ ਜਦੋਂ ਅਸੀਂ ਰੇ ਪੜ੍ਹੀ ਸੀ, ਰੇ ਦੇ ਵਿੱਚ ਅਸੀਂ ਕੀ ਦੇਖਿਆ ਸੀ, ਦੇਖੋ ਰੇ ਦੇ ਵਿੱਚ ਇੱਕ ਪੁਆਇੰਟ ਹੋਊਗਾ, ਦੂਸਰੇ ਪਾਸੇ ਐਰੋ ਹੋਊਗਾ, ਹੈ ਨਾ। ਤਾਂ ਅਸੀਂ ਇਸ ਚੀਜ਼ ਨੂੰ ਹੀ ਲੈ ਕੇ ਇਹ ਕੁਐਸਚਨ ਕਰਦੇ ਹਾਂ। ਧਿਆਨ ਨਾਲ ਦੇਖੀਏ, 4 ਰੇਜ਼ ਦੇਖਣੀਆਂ। ਹੁਣ ਦੇਖੋ O ਪੁਆਇੰਟ ਹੈ, ਇੱਕ ਪਾਸੇ C ਵਾਲੇ ਪਾਸੇ ਐਰੋ ਹੈ, ਤਾਂ OC, ਠੀਕ। O ਤੋਂ B, ਹੋਰ ਇੱਕ O ਤੋਂ D, ਇੱਕ ਹੋਰ ਕਿਹੜਾ ਰਹਿ ਗਿਆ, ਹੋਰ ਸੋਚੋ ਜਿਹੜਾ ਇੱਕ ਰਹਿ ਗਿਆ, ਕਿਹੜਾ ਰਹਿ ਗਿਆ। ਇਹ ਵੀ ਹੋ ਗਿਆ ਚੈੱਕ, ਇਹ ਵੀ ਹੋ ਗਿਆ ਚੈੱਕ, ਇਹ ਵੀ ਹੋ ਗਿਆ ਚੈੱਕ। ਹੁਣ ਜੇ ਕੋਈ ਕਹੂਗਾ O E, ਨਾ O ਵੀ, O ਤੇ ਵੀ ਪੁਆਇੰਟ ਹੈ, E ਤੇ ਵੀ ਪੁਆਇੰਟ ਹੈ, ਨਾ ਕਿਹੜਾ ਹੋਊਗਾ, O ਤੋਂ E ਤੋਂ D ਹੋ ਸਕਦਾ। ਦੇਖੋ E ਪੁਆਇੰਟ ਹੈ, D ਵਾਲੇ ਪਾਸੇ ਐਰੋ ਹੈ, ਤਾਂ ਕੀ ਆ ਗਿਆ ਇੱਕ ਸਾਡੇ ਕੋਲੇ E ਤੋਂ D, ਠੀਕ ਹੈ ਜੀ। ਹੁਣ ਕਹਿੰਦਾ ਪਿਆ 5 ਲਾਈਨ ਸੈਗਮੈਂਟਸ। ਲਾਈਨ ਸੈਗਮੈਂਟਸ ਦੇ ਵਿੱਚ ਤੁਹਾਨੂੰ ਪਤਾ ਹੈ ਲਾਈਨ ਸੈਗਮੈਂਟ ਦੀ ਵੀ ਤੁਸੀਂ ਡਾਇਗਰਾਮ ਦੇਖਿਆ ਸੀ। ਲਾਈਨ ਸੈਗਮੈਂਟ ਦਾ ਡਾਇਗਰਾਮ ਕੀ ਹੈ, ਦੋਨੇ ਪਾਸੇ ਕੀ ਹੋਣੇ ਚਾਹੀਦੇ, ਪੁਆਇੰਟ ਹੋਣੇ ਚਾਹੀਦੇ, ਮਤਲਬ ਡੈਫੀਨੇਟ ਲੈਂਥ ਹੋਣੀ ਚਾਹੀਦੀ ਹੈ, ਇੱਕ ਡੈਫੀਨੇਟ ਲੈਂਥ ਜਿਹਨੂੰ ਅਸੀਂ ਸਕੇਲ ਦੇ ਨਾਲ ਮੈਜ਼ਰ ਕਰ ਸਕਦੇ ਹਾਂ। ਤਾਂ ਦੇਖੋ ਡਾਇਗਰਾਮ ਦੇ ਵਿੱਚ 2 ਪੁਆਇੰਟਸ, ਤਾਂ ਮੈਂ DE ਲਿਖ ਲਾਂ, ਪਹਿਲਾ ਲਾਈਨ ਸੈਗਮੈਂਟ। ਉਸ ਤੋਂ ਬਾਅਦ D ਤੋਂ O ਤੱਕ ਇੱਕ ਲਾਈਨ ਸੈਗਮੈਂਟ ਹੈ, ਓਕੇ। E ਤੋਂ O ਤੱਕ ਲਿਖ ਲਈਏ, ਠੀਕ ਹੈ। E ਤੋਂ ਅਸੀਂ O ਤੱਕ ਲਿਖ ਲਿਆ। ਹੋਰ ਅਸੀਂ ਕਿਹੜਾ ਲਿਖ ਸਕਦੇ ਹਾਂ, ਅਸੀਂ O ਤੋਂ B ਵੀ ਲਿਖ ਸਕਦੇ ਹਾਂ, E ਤੋਂ B ਵੀ ਲਿਖ ਸਕਦੇ ਹਾਂ, E ਤੋਂ B ਵੀ ਲਿਖ ਸਕਦੇ ਹਾਂ, ਠੀਕ ਹੈ। ਤੋ ਇਹ ਹੋਏ ਹਲੇ 4 ਹੋਏ ਹੈ। ਇੱਕ ਹੋਰ ਦੇਖੋ, 1 ਹੋ ਗਿਆ, 2 ਹੋ ਗਏ, 3 ਹੋ ਗਏ, ਅਸੀਂ O ਤੋਂ B ਵੀ ਲਿਖ ਲੈਂਦੇ ਹਾਂ। ਤੋ ਸਾਡੇ ਕੋਲ ਕੀ ਹੋ ਗਏ, 5 ਲਾਈਨ ਸੈਗਮੈਂਟਸ ਆ ਗਏ ਇਸ ਤਰੀਕੇ ਦੇ ਨਾਲ, ਠੀਕ ਜੀ। ਉਸ ਤੋਂ ਬਾਅਦ ਆਉਂਦਾ ਪਿਆ ਸੈਕਿੰਡ ਕੁਐਸਚਨ, ਆਉਂਦਾ ਪਿਆ ਨੇਮ ਦਾ ਲਾਈਨ। ਤੁਹਾਨੂੰ ਇੱਕ ਲਾਈਨ ਦਿੱਤੀ ਹੋਈ, ਗਿਵਨ ਇਨ ਆਲ ਪੋਸੀਬਲ ਵੇਜ਼, ਠੀਕ ਹੈ। ਕਹਿੰਦਾ ਪਿਆ ਤੁਹਾਡੇ ਕੋਲੇ ਬੁੱਕ ਦੇ ਵਿੱਚ ਉਹਨੇ ਲਿਖਿਆ ਹੋਇਆ ਪੋਸੀਬਲ ਵੇਜ਼, ਕਹਿੰਦਾ ਘੱਟੋ ਘੱਟ ਇਸ ਲਾਈਨ ਦਾ ਨਾਮ 12 ਅਲੱਗ-ਅਲੱਗ ਤਰੀਕਿਆਂ ਨਾਲ ਲਿਖੋ, ਠੀਕ। ਤਾਂ ਦੇਖੋ ਅਸੀਂ ਕਿੱਦਾਂ ਲਿਖ ਸਕਦੇ ਹਾਂ ਇਸ ਲਾਈਨ ਦਾ ਨਾਮ, ਕਿੱਦਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ। ਦੇਖੀਏ ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਦੇ ਹਾਂ ਇਹਦੇ ਵਿੱਚ A ਤੋਂ, ਠੀਕ। A ਤੋਂ B ਲਾਈਨ ਹੈ ਕਿਉਂਕਿ, ਠੀਕ ਹੈ। ਉਸ ਤੋਂ ਬਾਅਦ ਹੋਰ ਕਿੱਦਾਂ ਲਿਖ ਸਕਦੇ ਹਾਂ, A ਤੋਂ ਹੀ ਸਟਾਰਟ ਹੋ ਜਾਓ, A ਤੋਂ B ਹੋ ਗਿਆ, ਫਿਰ ਅਗਲਾ ਕਿਹੜਾ ਹੋਊਗਾ, A ਤੋਂ C, ਦੂਸਰਾ ਹੋ ਗਿਆ, ਫਿਰ A ਤੋਂ D, ਠੀਕ। A B A C A D, ਠੀਕ। ਉਸ ਤੋਂ ਬਾਅਦ ਹੋਰ ਕਿਹੜਾ ਤਰੀਕਾ ਹੋ ਸਕਦਾ ਹੈ, ਹੁਣ A ਨੂੰ ਛੱਡ ਦਿਓ, B ਤੇ ਆ ਜਾਓ, BC, ਲਾਈਨ ਦਾ ਨਾਮ BC ਵੀ ਹੋ ਸਕਦਾ ਹੈ, ਲਾਈਨ ਦਾ ਨਾਮ BD ਵੀ ਹੋ ਸਕਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਲਾਈਨ ਦਾ ਨਾਮ ਹੋਰ ਕੀ ਹੋ ਸਕਦਾ ਹੈ, ਇਸ ਤੋਂ ਇਲਾਵਾ ਲਾਈਨ ਦਾ ਨਾਮ ਹੋ ਸਕਦਾ ਹੁਣ A ਵੀ, A ਦੇ ਨਾਲ ਵੀ ਸਾਰੇ ਇਕੱਲੇ, B ਦੇ ਨਾਲ ਵੀ ਸਾਰੇ ਇਕੱਲੇ, C ਦੀ ਵਾਰੀ ਆ ਗਈ, CD, ਠੀਕ ਹੈ। ਹੋ ਗਏ, ਦੇਖੋ ਕਿੰਨੇ ਹੋਏ, 1 2 3 4 5 6, ਉਹਨੇ 12 ਗਏ ਹੈ। ਹੁਣ ਜਿਹੜੇ ਅਗਲੇ 6 ਆ ਉਹ ਕਿੱਦਾਂ ਲਿਖੀਏ, ਅਗਲੇ 6 ਦੇ ਵਿੱਚ ਕੀ ਕਰੋ, ਇਹਨਾਂ ਨੂੰ ਉਲਟਾ ਕੇ ਲਿਖੋ। ਕੀ ਕੀਤਾ ਸੀ, D ਤੋਂ C, ਇਹ ਵਾਲਾ ਉਲਟਾਤਾ। ਹੁਣ ਅੱਗੇ ਆ ਜਾਓ, ਕੀ ਕਰਿਆ, D ਤੋਂ B, ਫਿਰ ਅਗਲਾ ਨਾਮ ਕੀ ਹੋ ਸਕਦਾ, ਇਹਨੂੰ ਉਲਟਾ ਦਿਓ, C ਤੋਂ B, ਅਗਲਾ D ਤੋਂ A, ਔਰ ਅਗਲਾ C ਤੋਂ A, ਔਰ ਜਿਹੜਾ 12th ਹੈ ਉਹ ਕੀ ਹੋ ਗਿਆ, B ਤੋਂ A। तो इस लाइन ਦੇ कुछ भी नाम लिखे, 12 अलग-अलग तरीकों ਦੇ ਨਾਲ ਅਸੀਂ ਇਸ ਲਾਈਨ ਦੇ ਨਾਮ ਲਿਖੇ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਆਓ, ਨੈਕਸਟ ਹੈ ਸਾਡੇ ਕੋਲੇ ਕੁਐਸਚਨ ਨੰਬਰ 3rd। ਕੁਐਸਚਨ ਨੰਬਰ 3rd ਦੇਖੋ, यूज द फिगर टू नेम। डायग्राम ड्रॉ करना सब तो पहला, ठीक। डायग्राम नू देख के थल्ले जो क्वेश्चंस पूछे ने ਉਹਦਾ आंसर करना, ठीक है जी। तो कहता पाया लाइन, ए क्वेश्चन की कहता पाया लाइन कंटेनिंग पॉइंट ई। तो सब तो पहला ई नू लभो, अच्छा ई इत्थे पिया होया, ठीक है। तो ई केड़ी लाइन दे उपर पिया होया, देखो ध्यान देना, ई केड़ी लाइन दे उपर पिया होया, जेकर मैं देखा ध्यान देना, ई पिया होया इस लाइन दे उपर पिया होया,
तो मैं की लिखा ई केड़ी लाइन के उपर पिया होया इक्वल टू पा के की लिखदा कितों स्टार्ट हो रही ए तो ए ई लाइन है तो मैं लाइन का उपर सिंबल भी पाता अगे कहना पाया लाइन पासिंग थ्रू ए ओके पॉइंट ए इत्थे है ए तो केड़ी लाइन पास करके जा रही सिर्फ इको लाइन पास करके जा रही जिहदा नाम असीं हुणे हुणे लिखिया उही नाम फिर आ जाऊगा ए ई उस तो बाद लाइन ऑन विच ओ लाइज कहंदा ओ पॉइंट केड़ी लाइन ते लाई करदा पिया देखो ओ पॉइंट केड़ी लाइन ते लाई करदा पिया की सी ओ ठीक है अच्छा जी टू पेयर्स ऑफ इंटरसेक्टिंग लाइन्स हुण कहंदा ये डायग्राम नूं बहुत ध्यान देना देखो और चेक करो केड़ियां दो अलग अलग पेयर्स ने इंटरसेक्टिंग लाइन्स दे चलो फिर देखिए हुण इंटरसेक्टिंग लाइन्स देखने वास्ते असीं की करदे हां सब तो पहला असीं आ जिहड़ी है इनू भुल जाने हैं कि एग्जिस्ट भी करती है इनू भुल जाना कि हैगी ये भी है कि नहीं है ठीक है तो एक लाइन किहड़ी है साडे कोले सी ओ तो फर्स्ट पेयर विच मैं की लिखा फर्स्ट पेयर की आ गया फर्स्ट पेयर आ गया मेरे कोले सी ओ ते एंड दूसरी किहड़ी आ गई ए आ पिछे की पिया होया ई ठीक है हुण जदों अगला पेयर लिखना ठीक है जी अगला पेयर लिखना है तो की इनू भुल जाओ कि ए वाली लाइन हैगी है ठीक इनू जेकर भुल जाने हैं तो केड़ी केड़ी लाइन बचदी भी ए ई एंड ई एफ ओके हुण क्योंकि ये लाइन्स ने इन्हां उत्ते लाइन्स का सिंबल भी पा देने हैं पाता तो ये नाल तुहाडा थर्ड क्वेश्चन हो गया ठीक है जी उस तो बाद फोर्थ क्वेश्चन देखो फोर्थ क्वेश्चन दे विच है तुहाडे कोले कहंदा पिया हाउ मैनी लाइन्स कैन पास थ्रू वन गिवन पॉइंट एंड टू गिवन पॉइंट्स कहंदा अगर तुहाडे कोले एक पॉइंट लगा दिए ਉਹਦੇ ਚੋਂ ਕਿੰਨੀਆਂ ਲਾਈਨਸ ਪਾਸ ਕਰਨਗੀਆਂ ਅਗਰ ਤੁਹਾਡੇ ਕੋਲੇ ਦੋ ਪੁਆਇੰਟਸ ਲਗਾ ਦਈਏ ਤਾਂ ਉਹਦੇ ਚੋਂ ਕਿੰਨੀਆਂ ਲਾਈਨਸ ਪਾਸ ਕਰਨਗੀਆਂ ਠੀਕ ਹੈ ਇਹ ਕੁਐਸਚਨ ਜਦੋਂ ਅਸੀਂ ਪੁਆਇੰਟ ਕੀਤਾ ਸੀ ਉਦੋਂ ਸੋਲਵ ਕੀਤਾ ਸੀ ਅਗਰ ਸਾਡੇ ਕੋਲ ਇੱਕ ਪੁਆਇੰਟ ਹੈ ਠੀਕ ਹੈ ਇੱਕ ਪੁਆਇੰਟ ਦੇ ਵਿੱਚੋਂ ਬਹੁਤ ਸਾਰੀਆਂ ਲਾਈਨਸ ਪਾਸ ਕਰ ਸਕਦੀਆਂ ਨੇ ਅਸੀਂ ਉਹਨਾਂ ਲਾਈਨਸ ਨੂੰ ਕਾਊਂਟ ਵੀ ਨਹੀਂ ਕਰ ਸਕਦੇ ਠੀਕ ਹੈ ਤਾਂ ਅਸੀਂ ਕੀ ਲਿਖਾਂਗੇ ਫਰਮ ਵਨ ਪੁਆਇੰਟ इनफाइनाइट लाइन्स कैन पास थ्रू ठीक है बहुत सारिया की कहते हैं इनफाइनाइट और जो दो पॉइंट्स होंगे ने दो पॉइंट्स लगाए और दो पॉइंट्स के विचों हमेशा कितनी लाइन्स निकल सकती ने एक लाइन निकल सकती है ठीक है ओनली वन लाइन कैन पास थ्रू टू पॉइंट्स लो ये फोर्थ क्वेश्चन भी होया फोर्थ तो बाद फिफ्थ देखो ड्रा अ रफ फिगर एंड लेबल suitably in each of the following cases ठीक है तो की कहता पाया कहता एक रफ डायग्राम ड्रॉ करो और जो तुसी रफ डायग्राम ड्रॉ करना ते उस टाइम तुसी करना की है की सोच के डायग्राम ड्रॉ करने हैं तो ये गल्लां सोच के डायग्राम ड्रॉ करने हैं ये देखो कहता पाया पॉइंट पी लाइन लाइज ऑन ए बी पॉइंट पी तो ए दा डायग्राम किद्दां ड्रॉ होगा असी की कीता इहदे उत्ते इस तरह लाइन है लाइन सेगमेंट नहीं है असी एक लाइन नूं रिप्रेजेंट कीता उहदा नाम ए बी रख दिता ठीक है ते उहदे उत्ते एक पॉइंट किहड़ा ले लिया पी तो आ गया ठीक है उस तो बाद बी देखो बी बी दे विच की कहंदा पिया तुहाडे कोल एक्स वाई लाइन है तो तुहाडे कोल पी क्यू लाइन है ठीक ओके फटाफट एक्स वाई लाइन ड्रॉ करो ते उहदे नाल पी क्यू लाइन ड्रॉ करो ये होगी एक्स वाई ये होगी पी क्यू कितने इंटरसेक्ट करते हुए एट पॉइंट एम बी पार्ट होया सी पार्ट देखो सी पार्ट दे विच की कहंदा पिया लाइन एल कंटेन्स ई एफ ओके असी एक लाइन नूं रिप्रेजेंट करते हैं लाइन नूं पता तुहानूं दोनों पासे एरो लगाने हैं ठीक है उहदे उत्ते कौन कौन पिया होया एक ई ओके एक एफ फिर अगे की कहना पाया बट नॉट डी डी ये ऊपर नहीं है डी नूं कित्थे बना दो एक तो बाहर वाले पासे बना दो ऊपर बनाया हेठा बना दो ठीक है जी उस तो बाद डी पार्ट देखो डी पार्ट दे विच की कहंदा पिया तुहानूं
ਤੁਹਾਡੇ ਕੋਲ ਇੱਕ ਲਾਈਨ ਹੈ OP ਹੈ, ਇੱਕ ਲਾਈਨ ਹੈ OQ, ਠੀਕ ਹੈ, ਜਿਹੜੇ ਕਿੱਥੇ ਮਿਲਦੇ ਪਏ ਨੇ ਐਟ ਪੁਆਇੰਟ O। ਦੇਖੋ ਇਹਨੂੰ ਕਿੱਦਾਂ ਡਰਾ ਕਰਾਂਗੇ। तो मैं एक लाइन लगाई, ठीक है, एक होर लाइन लगाती, क्योंकि लाइन्स कह रही हैं दोनों पासे एरो लगावांगे, ठीक है, दोनों पासे एरो लगाए। हुण एक लाइन का नाम रखना OP, तो मिलते कितने पे ने O ते, पहला तो मिला दो, मिल गए O ते। एक पास्यों चलते चलते इत्थे P ले लो, एक पास्यों चलते चलते इत्थे की ले लो, Q ले लो, ठीक है। तो इस तरह तुहाडा 5th क्वेश्चन भी होया। उस तो बाद नैक्सट आंदा पिया साडे कोले 6th क्वेश्चन, ठीक है जी। 6th क्वेश्चन देखो, कंसिडर द फॉलोइंग फिगर, तुहानूं एक डायग्राम दिता होया ऑफ लाइन MN, ठीक है जी, MN एक लाइन है। से वैदर द फॉलोइंग स्टेटमेंट्स आर ट्रू और फॉल्स, चेक करो कि थले वाली जिहड़ियां स्टेटमेंट्स आर ट्रू है कि फॉल्स है, ठीक। लो सब तो पहला की कहंदा पिया, कहता पाया QM OONNP आर पॉइंट्स ऑन लाइन MN। तो तुसी चेक किया सारे पॉइंट्स ये पे है, तो एक केड़ा हो गया, ट्रू हो गया, ठीक है। उस तो बाद कहता पाया MDN, चेक करो, MD MON आर पॉइंट्स ऑन द लाइन सेगमेंट MN। लाइन सेगमेंट MN हुण चेक कर लो, जेकर ये लाइन सेगमेंट है, ठीक है, स्टार्टिंग पॉइंट एंडिंग पॉइंट MB विच आ रहा, O भी विच आ रहा, N भी विच आ रहा, बिल्कुल ठीक है, ये भी की है, ट्रू। उस तो बाद आंदा पिया नैक्सट साडे कोले M and N आर द एंड पॉइंट्स ऑफ द लाइन सेगमेंट MN। तो देखो जेकर बाकी सारे नूं भुल जाओ, ठीक है, M and N डॉट है, एंड च भी डॉट है, लाइन सेगमेंट दा सीगा, तो कहंदा पे M, तो की बोल रहा, कह रहा है जेड़ा M ते N ने ये की ने, दे आर द एंड पॉइंट्स, यस दे आर द एंड पॉइंट्स, तो ये भी की हो गया साडे कोले, ट्रू हो गया। उस तो बाद नैक्सट साडे कोल आंदा पिया O and N आर द एंड पॉइंट्स ऑफ लाइन सेगमेंट OP दा ए है, हुण देखो OP दा ए है ना, जिहदे विच O ते P है इन्हां दे स्टार्टिंग ते एंड पॉइंट, तो ए तां की कहंदा पिया, O ते N कहंदा पिया, तो ये फॉल्स हो गया, ठीक। उस बाद नैक्सट देखो, नैक्सट है साडे कोले E है, M इज वन ऑफ द एंड पॉइंट्स ऑफ लाइन सेगमेंट QO, ठीक। ते की कहंदा पिया M ओदा की है एंड पॉइंट है, M तो उन्होंने गब्बे पिया होया, सेंटर च पिया होया, तो ये भी की हो गया तुहाडे कोले, फॉल्स हो गया, ठीक। M इज पॉइंट ऑन रे OP चेक करो, OP रे है, O तो शुरू होंदी भी अगे नूं जा रही है, M तो पिछे रह गया, तो ये भी की हो गया तुहाडे कोले, फॉल्स हो गया, ठीक। नैक्सट देखो, नैक्सट G पार्ट दे विच है साडे कोले रे OP इज डिफरेंट फ्रॉम रे। नैक्सट आंदा पिया साडे कोल, देखिए ध्यान दे नाल, रे OP चेक करो, OP दी पोजीशन, O इत्थे है, P इत्थे है, इज डिफरेंट फ्रॉम रे QP ओके। OP ते QP अलग अलग है, OP रे O तो स्टार्ट है एंड तक जा रही है, Q तो स्टार्ट है एंड तक जा रही है, तो इज डिफरेंट फ्रॉम OP, यस ट्रू। उस तो बाद OP इज सेम एज OM, चलो OP इज सेम एज OM, तो नो, फॉल्स। OM इज नॉट ऑपोजिट टू रे OP।